ਨਵੰਬਰ ਦਾ ਮਹੀਨਾ ਅੱਧਾ ਕੁ ਬੀਤ ਗਿਆ ਹੈ। ਠੰਡ ਆਪਣਾ ਜ਼ੋਰ ਫੜ ਰਹੀ ਹੈ। ਸੂਰਜ ਛਿਪ ਚੁੱਕਾ ਹੈ। ਰਾਤ ਦਾ ਹਨੇਰਾ ਪਸਰ ਰਿਹਾ ਹੈ। ਦਾਦੀ ਮਾਂ ਲਾਜਵੰਤੀ ਆਪਣੇ ਪੱਤਰੇ ਰਾਹੁਲ ਅਤੇ ਪੋਤਰੀ ਮਹਿਕ ਨੂੰ ਕੰਬਲ ਦੀ ਬੁੱਕਲ ਮਾਰੀ ਗੋਦੀ ਵਿੱਚ ਲੈ ਕੇ ਮਮਤਾ ਦਾ ਨਿੱਘ ਦੇ ਰਹੀ ਹੈ। ਦਾਦੀ ਮਾਂ ਲਾਜਵੰਤੀ ਅੱਖਾਂ ਬੰਦ ਕਰਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਆਪਣੇ ਮੁਖ ਤੋਂ ਵਾਰ-ਵਾਰ ਇਹ ਸ਼ਬਦ ਬੋਲ ਰਹੀ ਹੈ। ਅੱਖਾਂ ਵਿੱਚੋਂ ਹੰਝੂ ਵਹਿ ਰਹੇ ਹਨ। ਰਾਹੁਲ ਨੇ ਆਪਣੀ ਦਾਦੀ ਮਾਂ ਦੇ ਅੱਖਾਂ ਵਿੱਚ ਹੰਝੂ ਦੇਖ ਕੇ ਆਪਣੀ ਦਾਦੀ ਜੀ ਨੂੰ ਪੁੱਛਿਆ, ਦਾਦੀ ਮਾਂ ਕੀ ਗੱਲ ਹੋ ਗਈ? ਮੈਂ ਦੇਖ ਰਿਹਾ ਹਾਂ ਜਿਉਂ ਤੁਸੀਂ ਆਪਣੇ ਮੁਖ ਤੋਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਕਹਿ ਰਹੇ ਹੋ ਤਿਉਂ ਤੁਹਾਡੀਆਂ ਅੱਖਾਂ ਵਿੱਚੋਂ ਹੰਝੂ ਕਿਉਂ ਵਗ ਰਹੇ ਹਨ? ਦਾਦੀ ਜੀ ਦੋਹਾਂ ਬੱਚਿਆਂ ਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗੀ ਕਿ ਮੇਰੇ ਪਿਆਰੇ ਬੱਚਿਓ, ਜੇਕਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਨਾ ਹੁੰਦੇ ਤਾਂ ਅੱਜ ਸਾਡਾ ਹਿੰਦੂ ਧਰਮ ਨਹੀਂ ਸੀ ਹੋਣਾ। ਮਹਿਕ ਦਾਦੀ ਮਾਂ, ਮੈਂ ਤੁਹਾਡੀ ਗੱਲ ਸਮਝ ਨਹੀਂ ਪਾਈ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦਾਦੀ ਜੀ ਲੰਮਾ ਹਉਕਾ ਭਰ ਕੇ ਕਹਿਣ ਲੱਗੀ, ਪੁੱਤਰ ਇਹ ਬਹੁਤ ਲੰਮਾ ਇਤਿਹਾਸ ਹੈ। ਦੋਨੋਂ ਬੱਚੇ ਇੱਕ ਜ਼ੁਬਾਨ ਵਿੱਚ ਕਹਿਣ ਲੱਗੇ, ਦਾਦੀ ਮਾਂ ਅਸੀਂ ਜ਼ਰੂਰ ਸੁਣਾਂਗੇ। ਦਾਦੀ ਜੀ ਪਿਆਰੇ ਬੱਚਿਓ, ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਮਾਤਾ ਨਾਨਕੀ ਜੀ ਦੀ ਕੁੱਖ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ 1 ਅਪ੍ਰੈਲ 1621 ਵਿੱਚ ਅੰਮ੍ਰਿਤਸਰ ਨਗਰ ਵਿਖੇ ਹੋਇਆ। ਅੱਜ ਕੱਲ੍ਹ ਗੁਰਦੁਆਰਾ ਗੁਰੂ ਕੇ ਮਹਿਲ, ਗੁਰੂ ਬਾਜ਼ਾਰ। ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਨਾਮ ਤਿਆਗਮਲ ਸੀ। ਮਹਿਕ ਦਾਦੀ ਮਾਂ, ਫਿਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਮ ਤਿਆਗਮਲ ਤੋਂ ਤੇਗ ਬਹਾਦਰ ਕਿਸ ਤਰ੍ਹਾਂ ਬਦਲਿਆ? ਦਾਦੀ ਜੀ ਜਲੰਧਰ ਦੇ ਨਜ਼ਦੀਕ ਕਰਤਾਰਪੁਰ ਨਗਰ ਹੈ, ਜਿਸ ਨੂੰ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਸੀ। ਸਮਾਂ ਬੀਤਦਾ ਗਿਆ। 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਰਤਾਰਪੁਰ ਦੀ ਧਰਤੀ ਨੂੰ ਭਾਗ ਲਾਏ। ਪੈਂਦੇ ਖਾਂ ਜਿਸ ਦੇ ਮਾਤਾ ਪਿਤਾ ਮਰ ਚੁੱਕੇ ਸਨ, 6ਵੇਂ ਪਾਤਸ਼ਾਹ ਨੇ ਇਸ ਨੂੰ ਪੁੱਤਰਾਂ ਵਾਂਗ ਪਾਲਿਆ ਸੀ। ਇਹ ਨਮਕ ਹਰਾਮ ਸੈਲਫਸ਼ ਨਿਕਲਿਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵਿਰੋਧ ਵਿੱਚ ਜਲੰਧਰ ਦੇ ਪਠਾਨ ਕੁਤੁਬਦੀਨ ਤੇ ਕਾਲੇ ਖਾਂ ਨੂੰ ਆਪਣੇ ਨਾਲ ਗੰਧ ਲਿਆ। ਕਰਤਾਰਪੁਰ ਦੀ ਧਰਤੀ ਤੇ ਬੜਾ ਭਾਰੀ ਜੰਗ ਹੋਇਆ। ਇਸ ਜੰਗ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਤੇਗ ਤਲਵਾਰ ਦੇ ਖੂਬ ਜੌਹਰ ਕਰਤੱਵ ਦਿਖਾਏ। ਪਿਤਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਤਿਆਗਮਲ ਦੀ ਬਹਾਦਰੀ ਤੋਂ ਖੁਸ਼ ਹੋ ਕੇ ਕਿਹਾ, ਤੁਸੀਂ ਤਿਆਗਮਲ ਨਹੀਂ ਬਲਕਿ ਤੇਗ ਬਹਾਦਰ ਹੋ। ਜਿਹੜਾ ਕਿਰਪਾਨ ਨੂੰ ਚੰਗੀ ਤਰ੍ਹਾਂ ਚਲਾ ਲੈਂਦਾ ਹੋਵੇ, ਤੇਗ ਬਹਾਦਰ ਤੇਗ ਦਾ ਧਨੀ। ਇਸੇ ਕਰਤਾਰਪੁਰ ਦੀ ਧਰਤੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਆਨੰਦ ਕਾਰਜ ਵੀ ਹੋਇਆ ਸੀ। ਰਾਹੁਲ ਦਾਦੀ ਮਾਂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਧਰਮ ਪਤਨੀ ਦਾ ਕੀ ਨਾਮ ਸੀ? ਦਾਦੀ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਧਰਮ ਪਤਨੀ ਦਾ ਨਾਮ ਮਾਤਾ ਗੁਜਰੀ ਜੀ ਸੀ, ਜਿਨ੍ਹਾਂ ਦੇ ਪਿਤਾ ਦਾ ਨਾਮ ਭਾਈ ਲਾਲ ਚੰਦ ਸੀ। ਪਿਆਰੇ ਬੱਚਿਓ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕਰਤਾਰਪੁਰ ਸਾਹਿਬ ਨੂੰ ਚਲੇ ਗਏ, ਪਰ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਹੁਕਮ ਕਰ ਗਏ ਕਿ ਆਪ ਬਾਬੇ ਬਕਾਲੇ ਚਲੇ ਜਾਓ ਤੇ ਉੱਥੇ ਜਾ ਕੇ ਭਗਤੀ ਕਰੋ ਅਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਦਾ ਪ੍ਰਚਾਰ ਕਰੋ। ਮਹਿਕ ਮਾਂ ਕੀ ਫਿਰ ਗੁਰੂ ਤੇਗ ਬਹਾਦਰ ਜੀ ਬਾਬੇ ਬਕਾਲੇ ਹੀ ਰਹੇ ਸਨ? ਦਾਦੀ ਜੀ ਬੇਟਾ, ਸਮਾਂ ਆਪਣੀ ਚਾਲੇ ਚੱਲਦਾ ਗਿਆ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਬਾਅਦ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਗੱਦੀ ਤੇ ਬੈਠੇ, ਉਹਨਾਂ ਤੋਂ ਬਾਅਦ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ। ਬੇਟਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਪਿਆਰਾ ਸਿੱਖ ਭਾਈ ਮੱਖਣ ਸ਼ਾਹ ਲੁਬਾਣਾ ਇੱਕ ਬਹੁਤ ਵੱਡਾ ਵਪਾਰੀ ਸੀ। ਸਮੁੰਦਰੀ ਜਹਾਜ਼ਾਂ ਦੁਆਰਾ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਵਪਾਰ ਕਰਦਾ ਸੀ। ਇੱਕ ਵਾਰ ਉਸ ਦਾ ਸਾਮਾਨ ਨਾਲ ਲੱਦਿਆ ਹੋਇਆ ਜਹਾਜ਼ ਸਮੁੰਦਰੀ ਤੂਫਾਨ ਵਿੱਚ ਫਸ ਗਿਆ। ਭਾਈ ਮੱਖਣ ਸ਼ਾਹ ਲੁਬਾਣਾ ਨੇ ਗੁਰੂ ਚਰਨਾਂ ਦਾ ਆਸਰਾ ਤੱਕਦਿਆਂ ਹੋਇਆ ਪਰਮਾਤਮਾ ਅੱਗੇ ਅਰਦਾਸ ਕੀਤੀ ਤੇ ਜਹਾਜ਼ ਕਿਨਾਰੇ ਲੱਗ ਗਿਆ। ਉਸਨੇ ਸ਼ੁਕਰਾਨੇ ਵਜੋਂ ਆਪਣੇ ਮਨ ਵਿੱਚ ਧਾਰਿਆ ਕਿ ਮੈਂ 500 ਸੋਨੇ ਦੀਆਂ ਮੋਹਰਾਂ ਗੁਰੂ ਘਰ ਦੇ ਕਾਰਜਾਂ ਵਾਸਤੇ ਭੇਟ ਕਰਾਂਗਾ। ਭਾਈ ਮੱਖਣ ਸ਼ਾਹ ਲੁਬਾਣਾ ਸਤਿਗੁਰ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਪਰਿਵਾਰ ਅਤੇ ਸਤਸੰਗੀਆਂ ਸਮੇਤ ਚੱਲ ਪਏ, ਪਰ ਉਸ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਵਿਖੇ ਜੋਤੀ ਸਮਾ ਗਏ ਹਨ ਅਤੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਕਿ ਅਗਲਾ ਗੁਰੂ ਬਾਬੇ ਬਕਾਲੇ ਹੈ, ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ। ਭਾਈ ਮੱਖਣ ਸ਼ਾਹ ਲੁਬਾਣਾ ਬਾਬੇ ਬਕਾਲੇ ਪਹੁੰਚ ਗਏ, ਪਰ ਉਹਨਾਂ ਕੀ ਦੇਖਿਆ ਕਿ ਇੱਥੇ 22 ਮੰਜੀਆਂ ਲਾ ਕੇ 22 ਜਾਣੇ ਗੁਰੂ ਬਣ ਬੈਠੇ ਸਨ ਅਤੇ ਸਾਰੇ ਹੀ ਦਾਅਵਾ ਕਰ ਰਹੇ ਸਨ ਕਿ ਅਸੀਂ ਗੁਰੂ ਨਾਨਕ ਦੀ ਗੱਦੀ ਦੇ ਅਸਲ ਵਾਰਸ ਹਾਂ। ਭਾਈ ਮੱਖਣ ਸ਼ਾਹ ਲੁਬਾਣਾ ਜੀ ਨੇ ਅਰਦਾਸ ਕੀਤੀ ਕਿ ਮੈਂ ਸਭ ਦੇ ਅੱਗੇ ਦੋ ਮੋਹਰਾਂ ਰੱਖਾਂ, ਜੋ ਸ੍ਰੀ ਗੁਰੂ ਨਾਨਕ ਦੀ ਗੱਦੀ ਦਾ ਵਾਰਸ ਹੋਵੇਗਾ ਉਹ ਮੇਰੇ ਮਨ ਦੀ ਗੱਲ ਬੁੱਝ ਲਵੇਗਾ ਅਤੇ ਮੈਂ ਉਸ ਅੱਗੇ ਸਾਰੀ ਭੇਟਾ ਰੱਖ ਦੇਵਾਂਗਾ। ਇਸ ਤਰ੍ਹਾਂ ਭਾਈ ਮੱਖਣ ਸ਼ਾਹ ਲੁਬਾਣਾ ਜੀ ਨੇ 22 ਮੰਜੀਦਾਰਾਂ ਅੱਗੇ ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ। ਸਭ ਨੇ ਅਸੀਸਾਂ ਦਿੱਤੀਆਂ, ਪਰ ਕਿਸੇ ਨੇ ਵੀ ਭਾਈ ਮੱਖਣ ਸ਼ਾਹ ਲੁਬਾਣਾ ਦੇ ਮਨ ਦੀ ਗੱਲ ਨਹੀਂ ਬੁੱਝੀ। ਭਾਈ ਮੱਖਣ ਸ਼ਾਹ ਲੁਬਾਣਾ ਸਮਝ ਗਏ ਕਿ ਇਹ ਸਾਰੇ ਨਕਲੀ ਗੁਰੂ ਹਨ। ਬਾਬਾ ਮੱਖਣ ਸ਼ਾਹ ਲੁਬਾਣਾ ਸੰਗਤਾਂ ਦੀ ਭਟਕਣਾ ਵੇਖ ਕੇ ਤੇ ਨਕਲੀ ਗੁਰੂਆਂ ਦੇ ਪਖੰਡ ਨੂੰ ਵੇਖ ਕੇ ਸੋਚਾਂ ਵਿੱਚ ਪੈ ਗਏ।
ਮੱਖਣ ਸ਼ਾਹ ਲੁਬਾਣਾ ਨੇ ਉੱਥੋਂ ਦੇ ਲੋਕਾਂ ਕੋਲੋਂ ਪੁੱਛ ਪੜਤਾਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇੱਥੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਜੀ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਪ੍ਰਚਾਰ ਕਰਦੇ ਹਨ ਅਤੇ ਭੋਰੇ ਵਿੱਚ ਭਗਤੀ ਵੀ ਕਰਦੇ ਹਨ। ਭਾਈ ਮੱਖਣ ਸ਼ਾਹ ਲੁਬਾਣਾ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਦੇ ਮੋਹਰਾ ਰੱਖ ਕੇ ਮੱਥਾ ਟੇਕਿਆ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਕਿ ਸਾਨੂੰ ਮਾਇਆ ਦੀ ਕੋਈ ਭੁੱਖ ਨਹੀਂ, ਪਰ ਜੇਕਰ ਅਸੀਂ ਤੇਰੇ ਮਨ ਦੀ ਗੱਲ ਨਾ ਬੁੱਝੀ ਤਾਂ ਤੇਰਾ ਸੰਕਾ ਨਵਿਰਤ ਨਹੀਂ ਹੋਵੇਗਾ। ਇਸ ਲਈ ਦਸਵੰਦੀ ਕਾਰਪੇਟਾ 500 ਮੋਹਰਾ ਹਨ ਪਰ ਤੁਸੀਂ ਦੇ ਰੱਖ ਰਹੇ ਹੈ। ਇਹ ਸ਼ਬਦ ਸੁਣ ਕੇ ਭਾਈ ਮੱਖਣ ਸ਼ਾਹ ਲੁਬਾਣਾ ਦੀਆਂ ਅੱਖਾਂ ਵਿੱਚ ਵੈਰਾਗ ਦੇ ਹੰਝੂ ਆ ਗਏ ਅਤੇ ਉਨ੍ਹਾਂ ਨੇ ਕੋਠੇ ਤੇ ਚੜ੍ਹ ਕੇ ਹੋਕਾ ਦਿੱਤਾ, ਗੁਰੂ ਲਾਦੋਰੇ, ਗੁਰੂ ਲਾਦੋਰੇ। 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ਤੇ ਬੈਠੇ ਤੇ ਫਿਰ ਉਨ੍ਹਾਂ ਨੇ ਇੱਕ ਨਵਾਂ ਨਗਰ ਸ੍ਰੀ ਅਨੰਦਪੁਰ ਸਾਹਿਬ ਵਸਾਇਆ, ਜਿਸ ਦਾ ਪਹਿਲਾ ਨਾਮ ਉਨ੍ਹਾਂ ਦੀ ਮਾਤਾ ਦੇ ਨਾਮ ਤੇ ਚੱਕ ਨਾਨਕੀ ਸੀ। ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੁਖ ਤੋਂ ਆਨੰਦ ਸਾਹਿਬ ਦਾ ਪਾਠ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਗਰ ਦਾ ਨਾਮ ਅਨੰਦਪੁਰ ਰੱਖਿਆ। ਰਾਹੁਲ ਦਾਦੀ ਮਾਂ, ਤੁਸੀਂ ਕਹਿ ਰਹੇ ਸੀ ਕਿ ਜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾ ਹੁੰਦੇ ਤਾਂ ਅੱਜ ਹਿੰਦੂ ਧਰਮ ਦਾ ਨਾਮੋ ਨਿਸ਼ਾਨ ਨਹੀਂ ਸੀ ਹੋਣਾ। ਉਹ ਕਿਵੇਂ? ਦਾਦੀ ਜੀ, ਬੇਟਾ, ਜਦੋਂ ਦਿੱਲੀ ਦੇ ਤਖਤ ਤੇ ਔਰੰਗਜ਼ੇਬ ਬਾਦਸ਼ਾਹ ਬੈਠਾ, ਇਹ ਬੜਾ ਜ਼ਾਲਮ ਰਾਜਾ ਸੀ। ਇਸਨੇ ਆਪਣੇ ਪਿਤਾ ਸ਼ਾਹ ਜਹਾਨ ਨੂੰ ਕੈਦ ਕਰ ਲਿਆ ਅਤੇ ਆਪਣੇ ਭਰਾਵਾਂ ਨੂੰ ਧੋਖੇ ਨਾਲ ਕਤਲ ਕਰਕੇ ਦਿੱਲੀ ਦਾ ਤਖਤ ਹਾਸਲ ਕੀਤਾ ਸੀ। ਇਸਦੇ ਇਸ ਜ਼ੁਲਮ ਦੀ ਚਾਰੇ ਪਾਸੇ ਤੋਂ ਨਿੰਦਿਆ ਹੋਈ, ਮੌਕੇ ਦੇ ਕਾਜ਼ੀਆਂ ਵੱਲੋਂ ਵੀ ਇਤਰਾਜ਼ ਕੀਤਾ ਗਿਆ। ਔਰੰਗਜ਼ੇਬ ਨੇ ਆਪਣੇ ਗੁਨਾਹਾਂ ਤੇ ਪਰਦਾ ਪਾਉਣ ਲਈ ਅਤੇ ਕਾਜ਼ੀਆਂ ਨੂੰ ਖੁਸ਼ ਕਰਨ ਵਾਸਤੇ ਹਿੰਦੂ ਲੋਕਾਂ ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਹਿੰਦੂ ਧਰਮ ਨੂੰ ਖਤਮ ਕਰਨ ਵਾਸਤੇ ਜੰਮੂ ਕਸ਼ਮੀਰ ਤੋਂ ਸ਼ੁਰੂਆਤ ਕਰਨ ਦਾ ਹੁਕਮ ਦਿੱਤਾ। ਕਸ਼ਮੀਰ ਦੇ ਹਾਕਮ ਸ਼ੇਰ ਅਫਗਾਨ ਨੇ ਹਿੰਦੂ ਲੋਕਾਂ ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਮੌਤਜ਼ਾ ਦੀ ਨੇ ਇਸਲਾਮ ਕਬੂਲ ਕਰਨ ਦੀ ਗੱਲ ਕਹੀ। ਮਹਿਕ, ਦਾਦੀ ਮਾਂ, ਫਿਰ ਕੀ ਹੋਇਆ? ਇਸ ਜ਼ੁਲਮ ਦਾ ਕਿਸੇ ਨੇ ਵਿਰੋਧ ਨਹੀਂ ਕੀਤਾ। ਦਾਦੀ ਜੀ, ਬੇਟਾ ਜੀ, ਚਾਰੇ ਪਾਸੇ ਇਸ ਜ਼ੁਲਮ ਨਾਲ ਹਾਹਾਕਾਰ ਮਚ ਗਈ। ਹਿੰਦੂ ਲੋਕਾਂ ਨੂੰ ਆਪਣਾ ਧਰਮ ਦਾ ਬੇੜਾ ਡੁੱਬਦਾ ਨਜ਼ਰ ਆ ਰਿਹਾ ਸੀ। ਹਿੰਦੂ ਰਾਜੇ ਨਿਰਬਲ ਤੇ ਕਮਜ਼ੋਰ ਹੋ ਚੁੱਕੇ ਸੀ। ਬਹੁਤ ਸਾਰੇ ਹਿੰਦੂ ਮੁਸਲਮਾਨ ਬਣ ਗਏ ਜਾਂ ਤਾਂ ਮੌਤ ਦੇ ਘਾਟ ਉਤਾਰ ਦਿੱਤੇ ਗਏ। ਕਸ਼ਮੀਰ ਦੇ ਪੰਡਤਾਂ ਨੇ ਸਾਰੇ ਯਤਨ ਕਰਕੇ ਵੇਖ ਲਏ ਪਰ ਕਿਸੇ ਪਾਸੇ ਤੇ ਕੋਈ ਆਸ ਨਜ਼ਰ ਨਹੀਂ ਆ ਰਹੀ ਸੀ। ਰਾਹੁਲ, ਦਾਦੀ ਮਾਂ, ਫਿਰ ਕੀ ਹੋਇਆ? ਦਾਦੀ ਜੀ, ਪੁੱਤਰ ਪੰਡਤ ਕਿਰਪਾ ਰਾਮ, ਜਿਨ੍ਹਾਂ ਦੇ ਬਜ਼ੁਰਗ ਬ੍ਰਹਮਦਾਸ ਜੀ ਸੀ, ਉਹ ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਸਿੱਖਿਆ ਲੈ ਕੇ ਸਿੱਖ ਬਣੇ ਸੀ, ਨੇ ਸਾਰੇ ਮੁਖੀ ਪੰਡਤਾਂ ਨੂੰ ਕਿਹਾ, ਇਸ ਜ਼ਾਲਮ ਦੇ ਜ਼ੁਲਮ ਤੋਂ ਬਚਣ ਦੀ ਕੋਈ ਆਸ ਨਹੀਂ। ਥੋੜੇ ਦਿਨਾਂ ਵਿੱਚ ਹਿੰਦੂ ਧਰਮ ਦਾ ਨਾਮੋ ਨਿਸ਼ਾਨ ਮਿਟ ਜਾਵੇਗਾ। ਸਭ ਦੀਆਂ ਅੱਖਾਂ ਵਿੱਚ ਅਥਰੂ ਸਨ। ਆਪਣਾ ਜੀਵਨ ਤੇ ਧਰਮ ਤਬਾਹ ਹੁੰਦਾ ਅੱਖਾਂ ਸਾਹਮਣੇ ਨਜ਼ਰ ਆ ਰਿਹਾ ਸੀ। ਮਹਿਕ, ਦਾਦੀ ਮਾਂ, ਫਿਰ ਕੀ ਹੋਇਆ? ਦਾਦੀ ਜੀ, ਕਿਰਪਾ ਰਾਮ ਜੀ ਕਹਿਣ ਲੱਗੇ, ਜੇਕਰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਫਰਿਆਦ ਕਰੀਏ ਤਾਂ ਸਾਡਾ ਧਰਮ ਬਚ ਸਕਦਾ ਹੈ। ਇਹ ਗੱਲ ਸੁਣ ਕੇ ਸਭ ਦੇ ਮਨਾਂ ਅੰਦਰ ਇੱਕ ਆਸ ਪੈਦਾ ਹੋਈ। ਸਾਰੇ ਭਾਰਤ ਵਿੱਚੋਂ ਮੁਖੀ ਪੰਡਤ ਇਕੱਠੇ ਹੋ ਕੇ ਇੱਕ ਜੱਥਾ ਬਣਾ ਕੇ ਅਨੰਦਪੁਰ ਸਾਹਿਬ ਪੁੱਜੇ। ਉਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ। ਪੰਡਤਾਂ ਦਾ ਜੱਥਾ ਵਾਰੋ ਵਾਰੀ ਮੱਥਾ ਟੇਕ ਕੇ ਸੰਗਤਾਂ ਦੇ ਪਿੱਛੇ ਜਾ ਕੇ ਬੈਠ ਗਿਆ। ਪੰਡਤਾਂ ਦੇ ਉਦਾਸੇ ਹੋਏ ਚਿਹਰੇ ਵੇਖ ਕੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਉਦਾਸੀ ਦਾ ਕਾਰਨ ਪੁੱਛਿਆ। ਪੰਡਤ ਕਿਰਪਾ ਰਾਮ ਜੀ ਦੇ ਨਾਲ ਸਾਰੇ ਪੰਡਤ ਉੱਠ ਕੇ ਖੜੇ ਹੋ ਗਏ। ਕਿਰਪਾ ਰਾਮ ਜੀ ਕਹਿਣ ਲੱਗੇ, ਸਤਿਗੁਰੂ ਜੀ, ਤੁਸੀਂ ਅੰਤਰਯਾਮੀ ਹੈ, ਤੁਸੀਂ ਸਾਡੇ ਅੰਦਰਲੇ ਦਰਦ ਨੂੰ ਜਾਣਦੇ ਹੋ। ਆਪ ਜੀ ਨੂੰ ਪਤਾ ਹੈ ਔਰੰਗਜ਼ੇਬ ਨੇ ਸਾਡੇ ਧਰਮ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ ਹੈ। ਮੰਦਰ ਢਾਹੇ ਜਾ ਰਹੇ ਹਨ, ਸਾਡੇ ਜੰਬੂ ਤਲਵਾਰ ਦੇ ਜ਼ੋਰ ਨਾਲ ਲਾਹੇ ਜਾ ਰਹੇ ਹਨ, ਸਾਡੇ ਮੱਥੇ ਦੇ ਤਿਲਕ ਮਿਟਾਏ ਜਾ ਰਹੇ ਹਨ। ਅਸੀਂ ਚਾਰੇ ਪਾਸੇ ਭਟਕ ਕੇ ਵੇਖ ਲਿਆ ਹੈ ਪਰ ਸਾਡੀ ਕਿਸੇ ਨੇ ਬਾਂਹ ਨਹੀਂ ਫੜੀ। ਅਸੀਂ ਤੁਹਾਡੇ ਦਰ ਤੇ ਆਸ ਲੈ ਕੇ ਆਏ ਹਾਂ, ਸਾਡੇ ਧਰਮ ਦੇ ਡੁੱਬਦੇ ਬੇੜੇ ਨੂੰ ਕਿਰਪਾ ਕਰਕੇ ਬਚਾ ਲਵੋ। ਰਾਹੁਲ, ਦਾਦੀ ਮਾਂ, ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀ ਕਿਹਾ? ਦਾਦੀ ਜੀ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਹ ਸੁਣ ਕੇ ਬੜੀ ਗੰਭੀਰਤਾ ਨਾਲ ਕਹਿਣ ਲੱਗੇ, ਬੇਸੰਗ ਸਾਡਾ ਤੇ ਤੁਹਾਡਾ ਧਰਮ ਅੱਡ ਹੈ। ਸਾਡੀ ਤੇ ਤੁਹਾਡੀ ਵਿਚਾਰਧਾਰਾ ਦਾ ਆਪਸ ਵਿੱਚ ਕੋਈ ਮੇਲ ਨਹੀਂ, ਪਰ ਤੁਹਾਡੇ ਤੇ ਹੋ ਰਹੇ ਜ਼ੁਲਮ ਦਾ ਵਿਰੋਧ ਕਰਾਂਗੇ। ਬੇਸ਼ੱਕ ਸਾਨੂੰ ਆਪਣੀ ਜਾਨ ਦੀ ਕੁਰਬਾਨੀ ਕਿਉਂ ਨਾ ਦੇਣੀ ਪਵੇ, ਸਿਰ ਧੜ ਦੀ ਬਾਦ ਲਾ ਦਿਆਂਗੇ। ਨੇੜੇ ਬੈਠੇ ਗੋਬਿੰਦ ਰਾਏ, ਜਿਨ੍ਹਾਂ ਦੀ ਉਮਰ ਉਸ ਸਮੇਂ ਕੇਵਲ 9 ਸਾਲ ਦੀ ਸੀ, ਉਹ ਹੱਥ ਜੋੜ ਕੇ ਸਿਰ ਨਿਵ ਕੇ ਕਹਿਣ ਲੱਗੇ, ਹਾਂ ਪਿਤਾ ਜੀ, ਅਗਰ ਇਸ ਜ਼ੁਲਮ ਦੇ ਸਾਹਮਣੇ ਕੋਈ ਖੜਾ ਹੋ ਸਕਦਾ ਹੈ ਤਾਂ ਉਹ ਕੇਵਲ ਤੁਸੀਂ ਹੀ ਹੈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪੰਡਿਤ ਕਿਰਪਾ ਰਾਮ ਨੂੰ ਕਹਿਣ ਲੱਗੇ, ਜਾ ਕੇ ਕਹਿ ਦਿਓ ਦਿੱਲੀ ਦੇ ਬਾਦਸ਼ਾਹ ਨੂੰ, ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਨੇ ਇਸਲਾਮ ਕਬੂਲ ਕਰ ਲੈਣ, ਮੁਸਲਮਾਨ ਬਣ ਜਾਣ ਤਾਂ ਅਸੀਂ ਸਾਰੇ ਹਿੰਦੂ ਮੁਸਲਮਾਨ ਬਣ ਜਾਵਾਂਗੇ। ਮਹਿਕ, ਹੈਰਾਨੀ ਨਾਲ, ਦਾਦੀ ਮਾਂ, ਫਿਰ ਕੀ ਹੋਇਆ? ਦਾਦੀ ਜੀ, ਬੇਟੀ,
ਇਹ ਗੱਲ ਸੁਣ ਕੇ ਸਾਰੇ ਪੰਡਤਾਂ ਦੇ ਚਿਹਰੇ ਖਿੜ ਉੱਠੇ। ਉਹ ਇਸ ਆਸ ਨਾਲ ਵਾਪਸ ਘਰਾਂ ਨੂੰ ਪਰਤੇ ਕਿ ਸਾਡੇ ਧਰਮ ਦੇ ਡੁੱਬਦੇ ਬੇੜੇ ਨੂੰ ਸਹਾਰਾ ਮਿਲ ਗਿਆ ਹੈ। ਉਹਨਾਂ ਨੇ ਕਸ਼ਮੀਰ ਦੇ ਹਾਕਮ ਨੂੰ ਇਹ ਕਹਿ ਦਿੱਤਾ ਕਿ ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਸਲਮਾਨ ਬਣਨਾ ਪ੍ਰਵਾਨ ਕਰ ਲੈਣ ਤਾਂ ਸਾਰੇ ਹਿੰਦੂ ਮੁਸਲਮਾਨ ਬਣ ਜਾਵਾਂਗੇ। ਕਸ਼ਮੀਰ ਦੇ ਹਾਕਮ ਨੇ ਇਹ ਸੁਨੇਹਾ ਔਰੰਗਜ਼ੇਬ ਤੱਕ ਪਹੁੰਚਾ ਦਿੱਤਾ। ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਰਾਹੁਲ ਦਾਦੀ ਮਾਂ, ਫਿਰ ਕੀ ਹੋਇਆ ਸੀ? ਦਾਦੀ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗ੍ਰਿਫਤਾਰੀ ਲਈ ਦਿੱਲੀ ਜਾਣ ਵਾਸਤੇ ਤਿਆਰੀ ਕਰਨ ਲੱਗ ਉਹਨਾਂ ਬਾਲ ਗੋਬਿੰਦ ਰਾਏ ਜੀ ਨੂੰ ਗੁਰਗੱਦੀ ਤੇ ਬਿਠਾਇਆ, ਗੁਰਗੱਦੀ ਦੀ ਰਸਮ ਪੂਰੀ ਕੀਤੀ। ਧੰਨ ਮਾਤਾ ਗੁਜਰੀ ਜੱਜਾ ਸੀ ਜਿਨ੍ਹਾਂ ਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਉਹਨਾਂ ਦੇ ਸਿਰ ਦੇ ਸਾਈਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਜਾਣਗੇ ਪਰ ਮੁੜ ਕੇ ਵਾਪਸ ਨਹੀਂ ਆਉਣਗੇ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਨੰਦਪੁਰ ਸਾਹਿਬ ਤੋਂ ਦਿੱਲੀ ਨੂੰ ਚੱਲ ਪਏ। ਸਭ ਸੰਗਤਾਂ ਅੰਦਰ ਇਸ ਵਿਛੋੜੇ ਦਾ ਵੈਰਾਗ ਸੀ। ਸਭ ਸੰਗਤਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਚੱਲ ਪਈਆਂ। ਕੀਰਤਪੁਰ ਸਾਹਿਬ ਪਹੁੰਚ ਕੇ ਸਤਿਗੁਰੂ ਜੀ ਨੇ ਸਭ ਸੰਗਤਾਂ ਨੂੰ ਵਾਪਸ ਅਨੰਦਪੁਰ ਸਾਹਿਬ ਜਾਣ ਦਾ ਹੁਕਮ ਦਿੱਤਾ। ਭਾਈ ਦਿਆਲਾ ਜੀ, ਭਾਈ ਮਤੀਦਾਸ ਜੀ, ਭਾਈ ਸਤੀਦਾਸ ਜੀ, ਭਾਈ ਉਦਾ ਜੀ ਅਤੇ ਭਾਈ ਗੁਰਦਿੱਤਾ ਜੀ ਨੂੰ ਨਾਲ ਲੈ ਕੇ ਦਿੱਲੀ ਨੂੰ ਚੱਲ ਪਏ। ਰਾਹ ਵਿੱਚ ਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਨਾਲ ਹੀ ਭਾਈ ਮਤੀਦਾਸ, ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਨੂੰ ਵੀ ਗ੍ਰਿਫਤਾਰ ਕਰ ਲਿਆ ਅਤੇ ਇਹ ਸੂਚਨਾ ਹਸਨ ਅਬਦਾਲ ਬੈਠੇ ਔਰੰਗਜ਼ੇਬ ਤੱਕ ਪਹੁੰਚਾ ਦਿੱਤੀ ਗਈ। ਮਹਿਕ ਦਾਦੀ ਮਾਂ, ਫਿਰ ਔਰੰਗਜ਼ੇਬ ਨੇ ਅੱਗ ਕੀ ਕਿਹਾ? ਦਾਦੀ ਜੀ, ਬੇਟਾ, ਔਰੰਗਜ਼ੇਬ ਨੇ ਕਿਹਾ ਕਿਸੇ ਵੀ ਤਰ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੁਸਲਮਾਨ ਬਣਾਇਆ ਜਾਵੇ ਅਤੇ ਪਿੰਜਰੇ ਵਿੱਚ ਕੈਦ ਕਰਕੇ ਦਿੱਲੀ ਭੇਜਿਆ ਜਾਵੇ। ਬੇਟਾ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਔਰੰਗਜ਼ੇਬ ਦੇ ਹੁਕਮ ਨਾਲ ਪਿੰਜਰੇ ਵਿੱਚ ਕੈਦ ਕਰਕੇ ਤਿੰਨਾਂ ਸਿੱਖਾਂ ਸਮੇਤ ਦਿੱਲੀ ਵਿਖੇ ਲਿਆਂਦਾ ਗਿਆ ਤੇ ਕੈਦਖਾਨੇ ਵਿੱਚ ਕੈਦ ਕਰ ਦਿੱਤਾ ਗਿਆ। ਅਗਲੇ ਦਿਨ ਕਾਜ਼ੀ ਅਬਦੁਲ ਵਹਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕੈਦਖਾਨੇ ਵਿੱਚ ਜਾ ਕੇ ਮਿਲਿਆ। ਕਾਜ਼ੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਲਾਮ ਕੀਤੀ। ਕਾਜ਼ੀ ਨੇ ਸਤਿਗੁਰੂ ਜੀ ਨੂੰ ਕਿਹਾ ਕਿ ਬਹੁਤ ਸਾਰੇ ਲੋਕ ਆਪ ਜੀ ਦਾ ਸਤਿਕਾਰ ਕਰਦੇ ਹਨ, ਇਸ ਲਈ ਅਸੀਂ ਚਾਹੁੰਦੇ ਹਾਂ ਕਿ ਕਲਮਾ ਪੜ੍ਹ ਕੇ ਮੁਸਲਮਾਨ ਬਣ ਜਾਓ, ਫਿਰ ਬਾਦਸ਼ਾਹ ਦੇ ਦਰਬਾਰ ਵਿੱਚ ਤੁਹਾਡਾ ਵਿਸ਼ੇਸ਼ ਸਤਿਕਾਰ ਹੋਵੇਗਾ। ਇੱਕ ਖਾਸ ਗੱਲ, ਤੁਸੀਂ ਵੀ ਇੱਕ ਖੁਦਾ ਨੂੰ ਮੰਨਣ ਵਾਲੇ ਹੋ ਅਤੇ ਅਸੀਂ ਵੀ ਇੱਕ ਖੁਦਾ ਮੰਨਣ ਵਾਲੇ ਹਾਂ। ਸਿੱਖ ਧਰਮ ਦੀ ਵਿਚਾਰਧਾਰਾ ਹਿੰਦੂ ਧਰਮ ਦੀ ਵਿਚਾਰਧਾਰਾ ਤੋਂ ਬਿਲਕੁਲ ਵੱਖਰੀ ਹੈ। ਫਿਰ ਤੁਸੀਂ ਇਹਨਾਂ ਦੀ ਖਾਤਰ ਆਪਣੇ ਆਪ ਨੂੰ ਅਤੇ ਆਪਣੇ ਜੀਵਨ ਨੂੰ ਕਿਉਂ ਖਤਰੇ ਵਿੱਚ ਪਾ ਰਹੇ ਹੋ? ਰਾਹੁਲ ਦਾਦੀ ਮਾਂ, ਫਿਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੱਗੋਂ ਕੀ ਜਵਾਬ ਦਿੱਤਾ? ਦਾਦੀ ਜੀ, ਸਤਿਗੁਰੂ ਜੀ ਕਹਿਣ ਲੱਗੇ ਕਿ ਕਾਜ਼ੀ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਇਹ ਅਸੂਲ ਹੈ ਕਿ ਮਜ਼ਲੂਮ ਦੀ ਬਾਂਹ ਫੜਨੀ, ਜ਼ਾਲਮ ਦੇ ਜ਼ੁਲਮ ਦਾ ਵਿਰੋਧ ਕਰਨਾ। ਇਸ ਸਮੇਂ ਹਿੰਦੂ ਮਜ਼ਲੂਮ ਹੈ, ਮੁਸਲਮਾਨ ਹਾਕਮ ਔਰੰਗਜ਼ੇਬ ਜ਼ਾਲਮ ਹੈ, ਪਰ ਜੇਕਰ ਹਿੰਦੂ ਹਾਕਮ ਹੁੰਦਾ ਅਤੇ ਮੁਸਲਮਾਨਾਂ ਤੇ ਜ਼ੁਲਮ ਕਰਕੇ ਉਹਨਾਂ ਨੂੰ ਜਬਰੀ ਹਿੰਦੂ ਬਣਾ ਰਿਹਾ ਹੁੰਦਾ ਤਾਂ ਅਸੀਂ ਮਜ਼ਲੂਮ ਮੁਸਲਮਾਨਾਂ ਦੀ ਬਾਂਹ ਫੜਨੀ ਸੀ। ਹਿੰਦੂ ਹਾਕਮ ਦੇ ਇਸ ਜ਼ੁਲਮ ਦਾ ਵਿਰੋਧ ਕਰਨਾ ਸੀ। ਮਹਿਕ ਦਾਦੀ ਮਾਂ, ਸਤਿਗੁਰੂ ਜੀ ਦਾ ਇਹ ਜਵਾਬ ਸੁਣ ਕੇ ਅੱਗੋਂ ਕਾਜ਼ੀ ਨੇ ਕੀ ਕਿਹਾ? ਦਾਦੀ ਜੀ, ਬੇਟਾ, ਸਤਿਗੁਰੂ ਜੀ ਦੀ ਇਹ ਸੱਚੀ ਤੇ ਖਰੀ ਗੱਲ ਸੁਣ ਕੇ ਕਾਜ਼ੀ ਚੁੱਪ ਹੋ ਗਿਆ। ਥੋੜੀ ਦੇਰ ਬਾਅਦ ਕਹਿਣ ਲੱਗਾ ਕਿ ਸਤਿਗੁਰੂ ਜੀ, ਤੁਸੀਂ ਆਪਣੀ ਕੀਮਤੀ ਜਾਨ ਕਿਉਂ ਗਵਾਉਣਾ ਚਾਹੁੰਦੇ ਹੋ? ਅਸੀਂ ਤੁਹਾਨੂੰ ਆਪਣਾ ਧਾਰਮਿਕ ਆਗੂ ਮੰਨਣ ਵਾਸਤੇ ਤਿਆਰ ਹਾਂ। ਭਾਰਤ ਵਿੱਚ ਤੁਹਾਡੀ ਜੈ ਜੈਕਾਰ ਹੋਵੇਗੀ। ਸਭ ਲੋਕ ਤੁਹਾਨੂੰ ਸਲਾਮਾ ਕਰਨਗੇ। ਕਾਜ਼ੀ ਦੀ ਇਹ ਗੱਲ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ, ਕਾਜ਼ੀ, ਸੰਸਾਰੀ ਅਹੁਦੇ ਤੇ ਧਨ ਪਦਾਰਥ ਦੀ ਸਾਨੂੰ ਕੋਈ ਭੁੱਖ ਨਹੀਂ। ਅਸੀਂ ਤੇ ਤੁਹਾਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਹਾਂ ਕਿ ਜਿਸ ਢੰਗ ਨਾਲ ਜ਼ੁਲਮ ਕਰਕੇ ਧਨ ਬਦਲਿਆ ਜਾ ਰਿਹਾ ਹੈ, ਖੁਦਾ ਤੁਹਾਡੇ ਇਸ ਕਰਮ ਤੇ ਕਦੇ ਖੁਸ਼ ਨਹੀਂ ਹੋਵੇਗਾ। ਬਾਦਸ਼ਾਹ ਦੀਆਂ ਅੱਖਾਂ ਤੋਂ ਤੰਗ ਸੋਚ ਦੇ ਪੱਟੀ ਲਾਹ ਕੇ ਇਸ ਖਲਕਤ ਵਿੱਚੋਂ ਖੁਦਾ ਦਾ ਨੂਰ ਵੇਖਣ ਦੀ ਕੋਸ਼ਿਸ਼ ਕਰੋ। ਮਜ਼ਲੂਮਾਂ ਦੀਆਂ ਬਦਦੁਆਵਾਂ ਜ਼ਿੰਦਗੀ ਨਰਕ ਬਣਾ ਦਿੰਦੀਆਂ ਹਨ। ਸਤਿਗੁਰੂ ਜੀ ਦੀ ਇਹ ਗੱਲ ਸੁਣ ਕੇ ਕਾਜ਼ੀ ਗੁੱਸੇ ਵਿੱਚ ਆ ਕੇ ਸਿਪਾਹੀਆਂ ਨੂੰ ਕਹਿਣ ਲੱਗਾ ਕਿ ਇਸ ਨੂੰ ਸਖਤ ਪਿੰਜਰੇ ਵਿੱਚ ਕੈਦ ਕੀਤਾ ਜਾਵੇ। ਮਹਿਕ ਦਾਦੀ ਮਾਂ, ਸੱਚੀ ਗੁਰੂ ਜੀ ਨੂੰ ਪਿੰਜਰੇ ਵਿੱਚ ਕੈਦ ਕਰ ਦਿੱਤਾ ਸੀ? ਦਾਦੀ ਜੀ, ਹਾਂ ਬੇਟਾ, ਸਤਿਗੁਰੂ ਜੀ ਨੂੰ ਜ਼ਾਲਮਾਂ ਨੇ ਐਸੇ ਪਿੰਜਰੇ ਵਿੱਚ ਕੈਦਾ ਕੀਤਾ ਜਿਸ ਵਿੱਚ ਸਤਿਗੁਰੂ ਜੀ ਨਾ ਸਿੱਧੇ ਖੜੇ ਹੋ ਸਕਦੇ ਸੀ ਨਾ ਹੀ ਬੈਠ ਸਕਦੇ ਸੀ ਅਤੇ ਪਿੰਜਰੇ ਦੇ ਚਾਰੇ ਪਾਸੇ ਤਿੱਖੇ ਤਿੱਖੇ ਸੁਦੇ ਲੱਗੇ ਹੋਏ ਸੀ। ਕਾਜ਼ੀ ਨੇ ਸਾਰੀ ਖਬਰ ਔਰੰਗਜ਼ੇਬ ਤੱਕ ਪਹੁੰਚਾਈ। ਔਰੰਗਜ਼ੇਬ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਣਾਉਣ ਵਾਸਤੇ ਉਹਨਾਂ ਦੀਆਂ ਅੱਖਾਂ ਸਾਹਮਣੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਨੂੰ ਭਿਆਨਕ ਤਸੀਹੇ ਦੇ ਕੇ ਸ਼ਹੀਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਮਹਿਕ ਦਾਦੀ ਮਾਂ, ਔਰੰਗਜ਼ੇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਅੱਖਾਂ ਸਾਹਮਣੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਨੂੰ ਕਿਉਂ ਸ਼ਹੀਦ ਕਰਨਾ ਚਾਹੁੰਦਾ ਸੀ? ਦਾਦੀ ਜੀ, ਬੇਟਾ, ਔਰੰਗਜ਼ੇਬ ਸੋਚਦਾ ਸੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਅੱਖਾਂ ਸਾਹਮਣੇ ਉਹਨਾਂ ਦੇ ਪਿਆਰੇ ਗੁਰਸਿੱਖਾਂ ਨੂੰ ਭਿਆਨਕ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਵੇਗਾ ਤਾਂ ਐਸੀ ਭਿਆਨਕ ਮੌਤ ਵੇਖ ਕੇ ਸਤਿਗੁਰੂ ਜੀ ਡਰ ਜਾਣਗੇ ਤੇ ਉਹ ਮੁਸਲਮਾਨ ਬਣਨ ਵਾਸਤੇ ਤਿਆਰ ਹੋ ਜਾਣਗੇ।
ਰਾਹੁਲ ਦਾਦੀ ਮਾਂ ਕਿਹੋ ਜਿਹੇ ਭਿਆਨਕ ਤਸੀਹੇ ਦਿੱਤੇ ਗਏ ਸਨ। ਦਾਦੀ ਜੀ ਬੇਟਾ, ਸਭ ਤੋਂ ਪਹਿਲਾਂ ਕਾਜ਼ੀ ਨੇ ਭਾਈ ਮਤੀ ਦਾਸ ਜੀ ਨੂੰ ਆਪਣਾ ਧਰਮ ਛੱਡ ਕੇ ਕਲਮਾ ਪੜ੍ਹਨ ਵਾਸਤੇ ਕਿਹਾ ਤੇ ਨਾਲ ਹੀ ਸ਼ਾਹੀ ਦਰਬਾਰ ਵਿੱਚ ਵੱਡੇ ਅਹੁਦੇ ਤੇ ਧਨ ਦੌਲਤ ਦਾ ਲਾਲਚ ਦਿੱਤਾ। ਭਾਈ ਮਤੀ ਦਾਸ ਜੀ ਨੇ ਕਾਜ਼ੀ ਦੇ ਦਿੱਤੇ ਲਾਲਚ ਨੂੰ ਠੁਕਰਾ ਦਿੱਤਾ ਅਤੇ ਕਿਹਾ, ਕਾਜ਼ੀ, ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਸਾਨੂੰ ਆਪਣਾ ਧਰਮ ਪਿਆਰਾ ਹੈ। ਭਾਈ ਮਤੀ ਦਾਸ ਜੀ ਦੀ ਇਹ ਗੱਲ ਸੁਣ ਕੇ ਕਾਜ਼ੀ ਗੁੱਸੇ ਨਾਲ ਕਹਿਣ ਲੱਗਾ, ਮਤੀ ਦਾਸ, ਉਹ ਵੇਖ ਖਾਰੇ ਦੇ ਤਿੱਖੇ ਦੰਦੇ, ਇਹ ਸਾਰੇ ਨਾਲ ਤੇਰੇ ਸਰੀਰ ਨੂੰ ਚੀਰ ਕੇ ਦੋ ਵਾਰ ਕੀਤਾ ਜਾਵੇਗਾ, ਕਿੰਨੀ ਦਰਦਨਾਕ ਤੇਰੀ ਮੌਤ ਹੋਵੇਗੀ। ਭਾਈ ਮਤੀ ਦਾਸ ਜੀ ਹੱਸ ਕੇ ਕਹਿਣ ਲੱਗੇ, ਕਾਜ਼ੀ ਸਾਡਾ ਜਨਮ ਹੀ ਮੌਤ ਵਿੱਚੋਂ ਹੋਇਆ ਹੈ। ਭਾਈ ਮਤੀ ਦਾਸ ਜੀ ਨੂੰ ਜਲਾਦਾਂ ਨੇ ਫਟਿਆਨ ਵਿੱਚ ਜਕੜ ਦਿੱਤਾ। ਕਾਜ਼ੀ ਨੇ ਭਾਈ ਮਤੀ ਦਾਸ ਜੀ ਦੀ ਆਖਰੀ ਖਾਹਿਸ਼ ਪੂਰੀ ਕਰਨ ਵਾਸਤੇ ਭਾਈ ਮਤੀ ਦਾਸ ਜੀ ਦਾ ਮੁਖ ਸਤਿਗੁਰੂ ਜੀ ਵੱਲ ਕਰ ਦਿੱਤਾ। ਕਾਜ਼ੀ ਨੇ ਜਲਾਦਾਂ ਨੂੰ ਭਾਈ ਮਤੀ ਦਾਸ ਜੀ ਦੇ ਸਿਰ ਤੇ ਆਰਾ ਚਲਾਉਣ ਦਾ ਹੁਕਮ ਦਿੱਤਾ। ਭੈੜੇ ਜਲਾਦਾਂ ਨੇ ਭਾਈ ਮਤੀ ਦਾਸ ਜੀ ਦੇ ਸਿਰ ਨੂੰ ਆਰੇ ਨਾਲ ਚੀਰਨਾ ਸ਼ੁਰੂ ਕੀਤਾ। ਲਹੂ ਦੇ ਫੁਹਾਰੇ ਫੁੱਟ ਪਏ। ਜਲਾਦਾਂ ਦੇ ਕੱਪੜੇ ਲਹੂ ਨਾਲ ਰੰਗੇ ਗਏ। ਜਲਾਦਾਂ ਨੇ ਭਾਈ ਮਤੀ ਦੇ ਵਾਲ ਤਜੀ ਦੀ ਆਖਰੀ ਲਾਦਾਂ ਨੂੰ ਪਾਈ। 9 ਸਿਰ ਨੂੰ ਆਰੇ ਨੇ ਭਾਈ ਮਤੀ ਦਾਸ ਜੀ ਦਾ ਸਰੀਰ ਆਰੇ ਨਾਲ ਚੀਰ ਕੇ 2 ਟੁਕੜੇ ਕਰ ਦਿੱਤਾ, ਪਰ ਭਾਈ ਮਤੀ ਦਾਸ ਜੀ ਦਾ ਸਿਦਕ ਸਾਬਤ ਰਿਹਾ। ਸ਼ਹੀਦੀ ਵੇਲੇ ਭਾਈ ਮਤੀ ਦਾਸ ਜੀ ਜਪੁਜੀ ਸਾਹਿਬ ਦਾ ਪਾਠ ਕਰਦੇ ਹੋਏ ਵਾਹਿਗੁਰੂ ਦੇ ਚਰਨਾਂ ਵਿੱਚ ਲੀਨ ਸਨ। ਫਿਰ ਭਾਈ ਦਿਆਲਾ ਜੀ ਨੂੰ ਚਾਂਦਨੀ ਚੌਂਕ ਵਿੱਚ ਲਿਆਂਦਾ ਗਿਆ। ਕਾਜ਼ੀ ਨੇ ਭਾਈ ਦਿਆਲਾ ਜੀ ਨੂੰ ਭਾਈ ਮਤੀ ਦਾਸ ਜੀ ਵਾਲੇ ਸਵਾਲ ਕੀਤੇ। ਭਾਈ ਦਿਆਲਾ ਜੀ ਦੇ ਜਵਾਬ ਵੀ ਭਾਈ ਮਤੀ ਦਾਸ ਜੀ ਵਾਲੇ ਸਨ। ਕਾਜ਼ੀ ਦੇ ਹੁਕਮ ਨਾਲ ਪਾਣੀ ਵਾਲੀ ਦੰਗ ਅੱਗ ਉੱਪਰ ਰੱਖ ਦਿੱਤੀ ਗਈ। ਸ਼ਹਿਰ ਦੇ ਸਾਰੇ ਲੋਕ ਚਾਂਦਨੀ ਚੌਂਕ ਵਿੱਚ ਇਕੱਠੇ ਸਨ। ਦੇਗ ਦਾ ਪਾਣੀ ਜਦ ਉਬਾਲੇ ਮਾਰਨ ਲੱਗਾ ਤਾਂ ਕਾਜ਼ੀ ਨੇ ਜਲਾਦਾਂ ਨੂੰ ਹੁਕਮ ਕੀਤਾ ਕਿ ਭਾਈ ਦਿਆਲਾ ਜੀ ਨੂੰ ਫੜ ਕੇ ਉਬਲਦੀ ਦੇਗ ਵਿੱਚ ਬਿਠਾਇਆ ਜਾਵੇ। ਭਾਈ ਦਿਆਲਾ ਜੀ ਕਾਜ਼ੀ ਨੂੰ ਕਹਿਣ ਲੱਗੇ ਕਿ ਅਸੀਂ ਮੌਤ ਤੋਂ ਨਹੀਂ ਡਰਦੇ। ਤੁਸੀਂ ਵੇਖਿਆ ਨਹੀਂ ਕਿ ਕਿਵੇਂ ਭਾਈ ਮਤੀ ਦਾਸ ਜੀ ਹੱਸ ਕੇ ਆਰੇ ਨਾਲ ਚੀਰਿਆ ਗਿਆ, ਪਰ ਮੌਤ ਤੋਂ ਨਹੀਂ ਡਰੇ। ਇੰਨੀ ਗੱਲ ਕਹੇ ਕਿ ਭਾਈ ਦਿਆਲਾ ਜੀ ਨੇ ਗੁਰੂ ਸਾਹਿਬ ਜੀ ਨੂੰ ਦੂਰੋਂ ਨਮਸਕਾਰ ਕੀਤੀ ਤੇ ਆਪ ਚੱਲ ਕੇ ਉਬਲਦੇ ਪਾਣੀ ਵਿੱਚ ਚੌਂਕੜਾ ਮਾਰ ਕੇ ਬੈਠ ਗਏ ਅਤੇ ਸ਼ਹੀਦ ਹੋ ਗਏ। ਸ਼ਹੀਦੀ ਵੇਲੇ ਭਾਈ ਦਿਆਲਾ ਜੀ ਧੰਨ ਗੁਰੂ ਅਰਜਨ ਦੇਵ ਜੀ ਮੁਖ ਉਚਾਰ ਰਹੇ ਸਨ। ਪਰ ਭਾਈ ਸਤੀ ਦਾਸ ਜੀ ਨੂੰ ਸਤਿਗੁਰੂ ਜੀ ਦੀਆਂ ਅੱਖਾਂ ਸਾਹਮਣੇ ਧੂ ਵਿੱਚ ਲਪੇਟ ਕੇ ਜਿਉਂਦੇ ਐੜਾ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦੀ ਵੇਲੇ ਭਾਈ ਸਤੀ ਦਾਸ ਜੀ ਧੰਨ ਗੁਰੂ ਨਾਨਕ ਕਹਿੰਦੇ ਅਕਾਲ ਪੁਰਖ ਦੇ ਚਰਨਾਂ ਵਿੱਚ ਲੀਨ ਹੋ ਗਏ। ਇਸ ਤਰ੍ਹਾਂ ਤਿੰਨਾਂ ਗੁਰਸਿੱਖਾਂ ਨੂੰ ਵਾਰੀ ਸ਼ਹੀਦ ਕਰ ਦਿੱਤਾ ਕਿ ਅਤੇ ਸਾਰੀ ਖਬਰ ਔਰੰਗਜ਼ੇਬ ਤੱਕ ਪਹੁੰਚਾ ਦਿੱਤੀ। ਔਰੰਗਜ਼ੇਬ ਨੇ ਇਹ ਹੁਕਮ ਦਿੱਤਾ, ਜੇਕਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਸਲਮਾਨ ਬਣਨ ਵਾਸਤੇ ਗਿਆ ਨਹੀਂ ਹੁੰਦੇ ਤਾਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜਾਏ। ਉਹਨਾਂ ਦੇ ਸਰੀਰ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਚਾਂਦਨੀ ਚੌਂਕ ਕਿਤਾ ਲਵਾਰਸਾਂ ਵਾਂਗ ਪਿਆ ਰਹਿਣ ਦਿੱਤਾ ਜਾਵੇ। ਅਗਲੇ ਦਿਨ ਉਹਨਾਂ ਦੇ ਸਰੀਰ ਦੇ 4 ਟੁਕੜੇ ਕਰਕੇ ਦਿੱਲੀ ਦੇ ਛੋਟਾ ਦਰਵਾਜ਼ਿਆਂ ਤੇ ਟੰਗ ਦਿੱਤੇ ਜਾਣ। ਮਹਿਕ ਦਾਦੀ ਮਾਂ, ਕਿੰਨਾ ਜ਼ਾਲਮ ਸੀ ਔਰੰਗਜ਼ੇਬ। ਦਾਦੀ ਮਾਂ, ਹਾਂ ਬੇਟਾ, ਬੜਾ ਜ਼ਾਲਮ ਸੀ, ਪਰ ਬੇਟਾ ਗੁਰੂ ਕੇ ਸਿੱਖ ਵੀ ਬੜੇ ਬਹਾਦਰ ਹੁੰਦੇ ਹਨ। ਜਦੇ ਪਿਆਰ ਗੁਰਸਿੱਖਾਂ ਨੂੰ ਔਰੰਗਜ਼ੇਬ ਦੇ ਇਸ ਹੁਕਮ ਬਾਰੇ ਪਤਾ ਲੱਗਾ ਤਾਂ ਉਹਨਾਂ ਨੂੰ ਦਿੱਲੀ ਦੇ ਰਹਿਣ ਵਾਲੇ ਭਾਈ ਨਾਨੂ ਜੀ ਦੇ ਘਰ ਭਾਈ ਜੈਤਾ ਜੀ, ਲੱਖੀ ਸ਼ਾਹ ਵਣਜਾਰਾ ਜੀ, ਭਾਈ ਨਗਾਹਿਆ ਜੀ ਅਤੇ ਹੋਰ ਗੁਰਸਿੱਖਾਂ ਨੇ ਮਿਲ ਬੈਠ ਕੇ ਵਿਚਾਰ ਕੀਤੀ ਅਤੇ ਫੈਸਲਾ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਜ਼ਲੂਮਾਂ ਦੀ ਖਾਤਰ ਸ਼ਹੀਦ ਹੋਣ ਜਾ ਰਹੇ ਹਨ। ਇਹ ਉਹਨਾਂ ਦਾ ਮਹਾਨ ਕਾਰਨਾਮਾ ਹੈ, ਪਰ ਜ਼ਾਲਮ ਉਹਨਾਂ ਦੇ ਸਰੀਰ ਦਾ ਅਪਮਾਨ ਕਰਨਾ ਚਾਹੁੰਦਾ ਹੈ। ਅਸੀਂ ਜਿਉਂਦੇ ਜੀ ਐਸਾ ਨਹੀਂ ਹੋਣ ਦਿਆਂਗੇ। ਸਤਿਗੁਰੂ ਜੀ ਦੇ ਸਰੀਰ ਦੀ ਸੇਵਾ ਸੰਭਾਲ ਵਾਸਤੇ ਅਸੀਂ ਆਪਣੇ ਲਹੂ ਦਾ ਇੱਕ ਕਤਰਾ ਵਹਾ ਦਿਆਂਗੇ। ਰਾਹੁਲ, ਦਾਦੀ ਮਾਂ, ਫਿਰ ਕੀ ਹੋਇਆ? ਦਾਦੀ ਮਾਂ, ਬੇਟਾ, ਭਾਈ ਜੈਤਾ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਅਨੰਦਪੁਰ ਸਾਹਿਬ ਲਿਜਾਣ ਦਾ ਜ਼ਿੰਮਾ ਲਿਆ ਤੇ ਲੱਖੀ ਸ਼ਾਹ ਵਣਜਾਰਾ ਨੇ ਗੁਰੂ ਜੀ ਦੇ ਧੜ ਦਾ ਸੰਸਕਾਰ ਕਰਨ ਦਾ ਜ਼ਿੰਮਾ ਲਿਆ। 11 ਨਵੰਬਰ 1675 ਈਸਵੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਿੰਜਰੇ ਵਿੱਚੋਂ ਬਾਹਰ ਕੱਢਿਆ ਗਿਆ ਤੇ ਚਾਂਦਨੀ ਚੌਂਕ ਵਿੱਚ ਲਿਆਂਦਾ ਗਿਆ। ਕਾਜ਼ੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿਣ ਲੱਗਾ, ਤੁਸੀਂ ਵੇਖਿਆ ਕਿਵੇਂ ਤੁਹਾਡੇ ਪਿਆਰੇ ਸਿੱਖਾਂ ਨੂੰ ਭਿਆਨਕ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਤੁਹਾਡੇ ਸਾਹਮਣੇ 3 ਗੱਲਾਂ ਹਨ। 1. ਕਲਮਾ ਪੜ੍ਹ ਲਵੋ, ਮੁਸਲਮਾਨ ਬਣ ਜਾਓ। 2. ਕਰਾਮਾਤ ਦਿਖਾਓ। 3. ਮਰਨਾ ਪ੍ਰਵਾਨ ਕਰੋ। ਸਤਿਗੁਰੂ ਜੀ ਕਹਿਣ ਲੱਗੇ ਕਿ ਕਾਜੀ, ਸਾਨੂੰ ਤੁਹਾਡੀ ਆਖਰੀ ਸ਼ਰਤ ਮਨਜ਼ੂਰ ਹੈ। ਅਸੀਂ ਸ਼ਹੀਦ ਹੋਣ ਵਾਸਤੇ ਤਿਆਰ ਹਾਂ। ਕਾਜ਼ੀ, ਤੁਹਾਡੀ ਆਖਰੀ ਖਾਹਿਸ਼ ਕੀ ਹੈ? ਸ੍ਰੀ ਗੁਰੂ ਤੇਗ ਬਹਾਦਰ ਜੀ ਸਾਹਿਬ ਕਹਿਣ ਲੱਗੇ, ਕਾਜੀ, ਅਸੀਂ ਇਸ਼ਨਾਨ ਕਰਕੇ ਸ੍ਰੀ ਜਪੁਜੀ ਸਾਹਿਬ ਦਾ ਪਾਠ ਕਰਕੇ ਆਪ ਜੀ ਨੂੰ ਇਸ਼ਾਰਾ ਕਰਾਂਗੇ, ਆਪ ਜੀ ਆਪਣਾ ਕਰਮ ਕਰ ਲੈਣਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸ਼ਨਾਨ ਕੀਤਾ ਤੇ ਚੱਕੜਾ ਮਾਰ ਕੇ ਬੈਠ ਗਏ। ਜਪੁਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ ਤੇ ਸਲੋਕ ਪੜਿਆ। ਜਿਨੀ ਨਾਮਕ ਤੇ ਆਇਆ ਗਏ ਮਸਕਤੇ ਕਾਲੇ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲੇ। ਸਤਿਗੁਰੂ ਜੀ ਨੇ ਕਾਜ਼ੀ ਨੂੰ ਇਸ਼ਾਰਾ ਕੀਤਾ।
ਕਾਜ਼ੀ ਨੇ ਜਲਾਦ ਜਲਾਲੁਦੀਨ ਨੂੰ ਹੁਕਮ ਕੀਤਾ। ਹੁਕਮ ਨੂੰ ਮੰਨਦਿਆਂ ਜਲਾਦ ਨੇ ਸਤਿਗੁਰੂ ਜੀ ਦੇ ਸੀਸ ਤੇ ਤਲਵਾਰ ਦਾ ਵਾਰ ਕੀਤਾ ਅਤੇ ਸੀਸ ਧੜ ਤੋਂ ਜੁਦਾ ਹੋ ਗਿਆ। ਜ਼ੋਰ ਦੀ ਹਨੇਰੀ ਚੱਲੀ, ਚਾਰੇ ਪਾਸੇ ਹਨੇਰਾ ਛਾ ਗਿਆ, ਚਾਰੇ ਪਾਸੇ ਹਾਹਾਕਾਰ ਮਚ ਗਈ। तेग बहादुर के चलत पयो जगत को सोक, है सब जग पयो जय 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 सुरलोक। पुट्ठा कौमा। इस हफड़ा दफड़ी विच बड़ी फुर्ती नाल पाई जैता जी ने श्री गुरु तेग बहादुर साहिब जी दा सीस चुक के कपड़े विच लपेट लिया। लखी शाह वणजारा जी अपने बलदां वाले सैकड़े गड्डे भजा के लिया रहा सी। श्री गुरु तेग बहादुर साहिब जी दा धड़ उसने चुक के इकरू नाल भरे गड्डे विच रख लिया ते अपने घर विखे लै गया। हकूमत नूं इस गल दी किते खबर ना लग जाए, इसलिए लखी शाह वणजारा जी ने अपने घर दे अंदर ही गुरु जी दा धड़ रख के चिखा चिन के अपने घर नूं अग ला के गुरु जी दे धड़ दा संस्कार कर दिता। महक दादी मां फिर भाई जैता जी गुरु जी दा सीस लैके किस तरह श्री आनंदपुर साहिब पुजे, दादी मां बंटा चांदनी चौक विच हाहाकार मच गई। कोई कह रहा सी गुरु जी दा धड़ ते सीस आसमान विच उड़ गए, कोई कुछ ते कोई कुछ कह रहा सी। राहुल दादी मां काजी अब्दुल वहाब भी किन्ना जालम सी। दादी मां बेटा जिस दिन श्री गुरु तेग बहादुर साहिब जी शहीद हुए उसे दिन 11 नवंबर 1675 नूं काजी बीमार पै गया। वैद हकीमा ने बड़ा दवा दारू कीता पर कोई असर ना होया। 15 दिन ना कुछ खादा, ना पानी पीता, ना बस्सा, मंच ते पिया तड़फदा रहा अते 26 नवंबर 1675 नूं मर के नरका दा पागी बन गया। जद उसके घर की तलाशी लई गई, घर विचों बहुत सारा सोना चांदी अते कीमती वस्तुआं निकलियां क्योंकि ये बहुत ही लालची ते रिश्वतखोर सी। राहुल दादी मां, माड़े काम दा माड़ा फल। दादी मां, हाँ बेटा, जिहा करांगे तेहा ही परांगे। महक दादी मां, भाई जैता जी गुरु जी दा सीस किस तरह आनंदपुर साहिब लैके पहुंचे। दादी मां, बेटा, गुरु जी दा सीस दिल्ली तो श्री आनंदपुर साहिब लैके जाना किसी खतरे तो खाली नहीं सी, क्योंकि औरंगजेब दा हुक्म सी कि श्री गुरु तेग बहादुर साहिब जी दे शरीर दे 4 टुकड़े करके दिल्ली दे चौहां दरवाज़ियां ते टंगे जाण। भाई लखी शाह वणजारा गुरु जी दे धड़ दा संस्कार कर चुका सी, जिथे अजकल गुरुद्वारा रकाबगंज सुशोभित है। भाई साहिब जी दी याद विच लखी शाह वणजारा हाल भी मौजूद है। गुरु जी दा सीस भाई जैता जी लिजा चुके सन। हकूमत नूं इह शक सी कि इह कारनामा सिखां नूं कीता होवेगा ते हर हीले गुरु जी दा सीस श्री आनंदपुर साहिब लिजाण दी कोशिश कीती जावेगी। इसलिए दिल्ली तो आनंदपुर साहिब जी नूं जाण वाले सारे रस्तियां ते फौज दा सखत पहरा ला दिता गया ते हर किसे दी सख्ती नाल तलाशी लई जा रही सी। भाई जैता जी ने श्री आनंदपुर साहिब जाण वाले पक्के रस्ते नूं छड्ड के खेतां विच दी कड्डे रस्ते तुरना शुरू कीता अते 5वें दिन कीरतपुर साहिब पुजे अते आनंदपुर साहिब सुनेहा भेजिया गया कि भाई जैता जी गुरु जी दा सीस लैके आए हन। गोबिंद राय, माता गुजरी जी सब संगतां नाल कीरतपुर साहिब पुजे। वारे वारी सब संगतां ने गुरु जी दे सीस दे दर्शन कीते। माता गुजरी जी सतगुरु जी दे सीस दे सन्मुख हो के कहन लगे, सतगुरु जी, तुहाडी नित गई, मोरी भी निभा जाए। गोबिंद राय जी ने भाई जैता जी दे इस बहादरी भरे कारनामे तो खुश हो के गलवकड़ी विच लैके ये शब्द कहे, रंगरेटा गुरु का बेटा। सतगुरु जी दा सीस पालकी विच सज्जा के श्री आनंदपुर साहिब लियादा गया ते गुरुद्वारा सी गंज अस्थान ते सीस दा संस्कार किया गया। दुनिया विच इक्को एक श्री गुरु तेग बहादुर साहिब दे ऐसी शख्सियत हन जिन्हां दे धड़ दा संस्कार दिल्ली विखे अते सीस दा संस्कार 350 किलोमीटर दा श्री आनंदपुर साहिब विखे किया गया। ਇਹ ਇਤਿਹਾਸ ਸੁਣ ਕੇ ਬੱਚਿਆਂ ਦੀਆਂ ਅੱਖਾਂ ਵਿੱਚ ਹੰਝੂ ਸਨ ਤੇ ਮੁਖ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਸਨ।